ਸੰਵਿਧਾਨ ਇੱਕ ਸੋਚ ਸੀ, ਉਹ ਸੋਚ ਜੋ ਕਿਤਾਬਾਂ ਦੇ ਪੰਨਿਆਂ 'ਤੇ ਉਤਾਰੀ ਗਈ। ਇਸ ਕਰਕੇ ਆਪਾਂ ਕਰ ਰਹੇ ਹਾਂ ਪੋਲਿਟੀ, ਅਤੇ ਪੋਲਿਟੀ ਦੇ ਵਿੱਚ ਕਰ ਰਹੇ ਹਾਂ ਜੀ ਕੌਨਸਟੀਟਿਊਸ਼ਨ। ਕੌਨਸਟੀਟਿਊਸ਼ਨ ਦੇ ਸੋਰਸ ਕੀ ਨੇ, ਕੌਨਸਟੀਟਿਊਸ਼ਨ ਕਿਵੇਂ ਬਣਿਆ, ਅਤੇ ਇਹਨੂੰ ਬਣਾਉਣ ਦੇ ਲਈ ਸੰਵਿਧਾਨ ਮੇਕਰਾਂ ਨੇ ਕਿੰਨੇ ਯਤਨ ਕੀਤੇ ਨੇ, ਅਤੇ ਕਿੱਥੋਂ ਕਿੱਥੋਂ ਇਹ ਸੋਰਸ ਅਵੇਲੇਬਲ ਕਰੇ ਨੇ, ਜਾਂ ਕੁਝ ਉਹਨਾਂ ਦੀ ਆਪਣੀ ਮੌਲਿਕਤਾ ਵੀ ਸੀਗੀ। ਇਹ ਚੀਜ਼ਾਂ ਆਮ ਤੌਰ 'ਤੇ ਪੇਪਰ ਦੇ ਵਿੱਚ, ਕੰਪੀਟੀਸ਼ਨ ਦੇ ਪੇਪਰ ਦੇ ਵਿੱਚ ਲਾਜ਼ਮੀ ਪੁੱਛੀਆਂ ਜਾਂਦੀਆਂ ਨੇ। ਅੱਜ ਦਾ ਲੈਕਚਰ ਆਪਾਂ ਇਹਦੇ ਉੱਪਰ ਸ਼ੁਰੂ ਕਰਦੇ ਹਾਂ। ਸਾਰੇ ਬੱਚਿਆਂ ਨੂੰ ਸਤਿ ਸ਼੍ਰੀ ਅਕਾਲ ਆ ਜੀ। ਕਿਰਪਾ ਕਰਕੇ ਚੈਨਲ ਜੇ ਤੁਹਾਨੂੰ ਵਧੀਆ ਲੱਗਦਾ ਤਾਂ ਇਹਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਘੰਟੀ ਵਾਲਾ ਬਟਨ ਦਬਾ ਕੇ ਰੱਖਿਓ, ਕਿਉਂਕਿ ਆਪਾਂ ਪੂਰੀ ਪੋਲਿਟੀ ਕਰਾਂਗੇ। ਮਾਸਟਰ ਕੇਡਰ, ਨੈਟ, UGC, PCS, ਨੈਬ ਤਹਿਸੀਲਦਾਰ, ਸਾਰੇ ਐਗਜ਼ਾਮਾਂ ਦੇ ਲਈ ਬਹੁਤ ਹੀ ਇੰਪੋਰਟੈਂਟ ਲੈਕਚਰ ਹੈ। ਆ ਜੋ ਆਪਾਂ ਸ਼ੁਰੂ ਕਰਦੇ ਹਾਂ। ਸੋਰਸ ਆਫ ਕੌਨਸਟੀਟਿਊਸ਼ਨ। ਇਸ ਤੋਂ ਪਹਿਲਾਂ ਮੈਂ ਇਹ ਗੱਲ ਦੱਸਦਾ ਕਿ ਸਾਡਾ ਸੰਵਿਧਾਨ ਬਣਾਉਣ ਵਾਲਿਆਂ ਨੇ ਲਗਭਗ 60 ਕੰਟਰੀਆਂ ਦੀ ਸੰਵਿਧਾਨਾਂ ਨੂੰ ਨਿਰੀਖਣ ਕੀਤਾ ਅਤੇ ਸਮਝਿਆ, ਅਤੇ ਉਸ ਤੋਂ ਬਾਅਦ ਜਿਹੜੀਆਂ ਚੰਗੀਆਂ ਚੰਗੀਆਂ ਚੀਜ਼ਾਂ ਸੀ ਉਹਨਾਂ ਨੂੰ ਉਠਾਇਆ ਗਿਆ। ਕੁਝ ਆਪਣੀਆਂ ਵੀ ਸੀਗੀਆਂ, ਮੌਲਿਕ ਚੀਜ਼ਾਂ ਸੀਗੀਆਂ, ਪਰ ਬਹੁਤ ਸਾਰੀਆਂ ਚੰਗੀਆਂ ਚੰਗੀਆਂ ਚੀਜ਼ਾਂ ਅਸੀਂ ਦੂਸਰੇ ਦੇਸ਼ਾਂ ਦੇ ਕੌਨਸਟੀਟਿਊਸ਼ਨ ਤੋਂ ਲਈਆਂ ਨੇ ਜੀ। ਠੀਕ ਹੈ, ਅਤੇ ਕਿਹੜੇ ਦੇਸ਼ ਦੇ ਕਿਹੜੇ ਕੌਨਸਟੀਟਿਊਸ਼ਨ ਤੋਂ ਕਿਹੜੀ ਚੀਜ਼ ਲਈ ਹੈ, ਇਹਦੇ ਬਾਰੇ 'ਚ ਆਪਾਂ ਅੱਜ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਹੁੰਦਾ ਗਵਰਨਮੈਂਟ ਆਫ ਇੰਡੀਆ ਐਕਟ 1935। ਇਹ ਬਹੁਤ ਹੀ ਇੰਪੋਰਟੈਂਟ ਐਕਟ ਹੈ। ਬੇਸ਼ੱਕ ਜਦ ਤੱਕ ਬ੍ਰਿਟਿਸ਼ ਸਰਕਾਰ ਰਹੀ ਇਹ ਇੰਪਲੀਮੈਂਟ ਨਹੀਂ ਹੋਇਆ, ਲਾਗੂ ਨਹੀਂ ਹੋਇਆ। 1919 ਐਕਟ ਦੇ ਤਹਿਤ ਹੀ ਉਹਨਾਂ ਨੇ ਰਾਜ ਕੀਤਾ, ਪਰ ਫਿਰ ਵੀ ਇਹਦੀ ਬਹੁਤ ਜ਼ਿਆਦਾ ਮਹੱਤਤਾ ਰਹੀ ਹੈ। ਇਹਨੇ ਸਾਨੂੰ ਬਹੁਤ ਜ਼ਿਆਦਾ ਫਰੀਡਮ ਦਿੱਤੀ ਹੈ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਸ ਐਕਟ ਦੇ ਅੰਦਰ ਆਈਆਂ ਨੇ, ਪਰ ਆਪਾਂ ਉਹਨਾਂ ਦੇ ਵਿੱਚੋਂ ਕੁਝ ਕੁ ਜਿਹੜੀਆਂ ਇੰਪੋਰਟੈਂਟ ਨੇ ਪੇਪਰ ਦੇ ਪੁਆਇੰਟ ਆਫ ਵਿਊ ਦੇ ਹਿਸਾਬ ਨਾਲ ਉਹੀ ਚੱਕਾਂਗੇ। ਫੈਡਰਲ ਸਿਸਟਮ, ਫੈਡਰਲ ਸਿਸਟਮ ਜੀ, ਫੈਡਰਲ ਸਿਸਟਮ। ਫੈਡਰਲ ਸਿਸਟਮ ਕੀ ਹੁੰਦਾ ਹੈ, ਜਿਸ ਦੀ ਅਕਸਰ ਹੀ ਜ਼ਿਕਰ ਕੀਤਾ ਜਾਂਦਾ ਹੈ। ਫੈਡਰਲ ਸਿਸਟਮ ਹੁੰਦਾ ਹੈ ਕਿ ਇੱਕ ਜਗ੍ਹਾ 'ਤੇ ਸੈਂਟਰ ਨਹੀਂ ਕੀਤੀ ਜਾਂਦੀ ਪਾਵਰ ਨੂੰ ਵੱਖ-ਵੱਖ ਜਗ੍ਹਾ 'ਤੇ ਫੈਲਾਇਆ ਜਾਂਦਾ, ਇਹਨੂੰ ਬੋਲਦੇ ਆ ਫੈਡਰਲਿਜ਼ਮ। ਤਾਂ ਜਿਹੜੀ ਫੈਡਰੇਸ਼ਨ ਵਾਲੀ ਸਕੀਮ ਸੀਗੀ, ਜਿਹਦੇ 'ਚ ਕਨਕਰੰਟ ਲਿਸਟ ਹੋ ਗਈ ਜਿੱਦਾਂ, ਹੈ ਨਾ, ਅਤੇ ਸਟੇਟ ਲਿਸਟਾਂ ਹੋ ਗਈਆਂ, ਮਤਲਬ ਸਟੇਟਾਂ ਨੂੰ ਪਾਵਰ ਦਿੱਤੀ ਗਈ। ਪਾਵਰ ਆ ਜਿਹੜੀ ਉੱਪਰ ਤੋਂ ਨੀਚੇ ਤੱਕ ਬਖੇਰੀ ਗਈ ਹੈ। ਇੱਕ ਵਿਅਕਤੀ ਇੱਕ ਜਗ੍ਹਾ 'ਤੇ ਪਾਵਰ ਨੂੰ ਬੰਨ੍ਹ ਕੇ ਨਹੀਂ ਰੱਖਿਆ। ਇਹ ਜਿਹੜਾ ਸਿਸਟਮ ਹੈ, ਫੈਡਰਲ ਸਕੀਮ ਹੈ ਜਿਹੜੀ, ਇਹ 1935 ਐਕਟ ਦੇ ਵਿੱਚੋਂ ਅਸੀਂ ਲਈ ਹੈ। ਦੂਸਰਾ ਆ ਜਾਂਦਾ ਆਫਿਸ ਆਫ ਗਵਰਨਰ। ਗਵਰਨਰ ਦਾ ਜਿਹੜਾ ਆਫਿਸ ਹੈ, ਸਟੇਟਾਂ ਦੇ ਗਵਰਨਰ ਲੱਗਦੇ ਨੇ। ਠੀਕ ਹੈ, ਇਹ ਆਫਿਸ ਗਵਰਨਰ ਲਾਉਂਦਾ ਕੌਣ ਹੈ? ਪ੍ਰੈਜ਼ੀਡੈਂਟ ਦੁਆਰਾ ਲਾਏ ਜਾਂਦੇ ਨੇ, ਸੈਂਟਰ ਦੁਆਰਾ ਲਾਏ ਜਾਂਦੇ ਨੇ, ਹੋਮ ਮਿਨਿਸਟਰੀ ਦੇ ਕਹਿਣ 'ਤੇ ਲਾਏ ਜਾਂਦੇ ਨੇ। ਇਹ ਜਿਹੜੀ ਸਾਰੀ ਦੀ ਸਾਰੀ ਸਕੀਮ ਹੈ ਵੀ ਸਟੇਟਾਂ ਦਾ ਇੱਕ ਗਵਰਨਰ ਹੋਊਗਾ ਜੋ ਕਿ ਸੈਂਟਰ ਦਾ ਏਜੰਟ ਹੋਊਗਾ, ਸੈਂਟਰ ਉਹਨੂੰ ਲਗਾਊਗਾ। ਇਹ ਅਸੀਂ ਕਿਤੋਂ ਲਿਆ? 1935 ਐਕਟ 'ਚੋਂ। ਅਤੇ ਤੀਜਾ ਪਬਲਿਕ ਸਰਵਿਸ ਕਮਿਸ਼ਨ, ਜਿਹੜਾ ਕਿ ਅੱਜ UPSC ਦਾ ਨਾਂ ਧਾਰ ਗਿਆ ਨੇ, ਉਹੀ ਚੀਜ਼ ਇਹ ਕਿਹੜੇ ਐਕਟ ਦੇ ਅੰਦਰ ਆਈ ਸੀਗੀ? 1935 ਐਕਟ ਦੇ ਅੰਦਰ ਆਈ ਸੀਗੀ ਜੀ। ਇਸ ਤੋਂ ਬਾਅਦ USA ਕੌਨਸਟੀਟਿਊਸ਼ਨ ਤੋਂ ਅਸੀਂ ਕੀ ਚੀਜ਼ਾਂ ਲਈਆਂ ਨੇ? USA ਕੌਨਸਟੀਟਿਊਸ਼ਨ ਤੋਂ ਸਭ ਤੋਂ ਵੱਧ ਇੰਪੋਰਟੈਂਟ ਜੇ ਕੋਈ ਕੌਨਸਟੀਟਿਊਸ਼ਨ ਦੇ ਵਿੱਚ ਚੀਜ਼ ਹੈ ਤੇ ਉਹ ਨੇ ਜੀ ਫੰਡਾਮੈਂਟਲ ਰਾਈਟਸ। ਇਸ ਤੋਂ ਵੱਧ ਇੰਪੋਰਟੈਂਟ ਕੋਈ ਵੀ ਚੀਜ਼ ਨਹੀਂ, ਕਿਉਂਕਿ ਜੋ ਪਬਲਿਕ ਨੂੰ ਮਿਲੇ ਨੇ, ਪੀਪਲਸ ਨੂੰ ਜੇ ਕੋਈ ਸੰਵਿਧਾਨ ਨੇ ਕੋਈ ਚੀਜ਼ ਦਿੱਤੀ ਹੈ ਜਿਹੜੀ ਨੂੰ ਕੋਈ ਖੋਹ ਨਹੀਂ ਸਕਦਾ, ਜਿਹੜੀ ਬੇਸਿਕ ਸਟਰਕਚਰ ਹੈ ਇੱਕ ਤਰ੍ਹਾਂ ਨਾਲ, ਜਿਹਨੂੰ ਮਿਟਾਇਆ ਨਹੀਂ ਜਾ ਸਕਦਾ, ਉਹ ਨੇ ਫੰਡਾਮੈਂਟਲ ਰਾਈਟਸ, ਮੌਲਿਕ ਅਧਿਕਾਰ। ਬਿੱਲ ਆਫ ਰਾਈਟਸ, USA ਦੇ ਵਿੱਚ ਇਹਨਾਂ ਨੂੰ ਬਿੱਲ ਆਫ ਰਾਈਟਸ ਦੇ ਨਾਂ ਨਾਲ ਜਾਣਿਆ ਜਾਂਦਾ। ਇਹ ਅਸੀਂ ਕਿਤੋਂ ਲਏ ਨੇ? ਅਮਰੀਕਾ ਤੋਂ ਲਏ ਨੇ। ਤੁਸੀਂ ਯਾਦ ਰੱਖਣ ਦੇ ਲਈ ਇੱਕ ਚੀਜ਼ ਟ੍ਰਿਕ ਵਰਤਿਓ ਕਿ ਇੱਕ ਤਾਂ ਅਸੀਂ 3 ਕੁ ਦੇਸ਼ਾਂ ਦੇ ਯਾਦ ਰੱਖ ਲਿਓ ਵੀ 3 ਦੇਸ਼ਾਂ ਤੋਂ ਕੀ ਚੀਜ਼ਾਂ ਲਈਆਂ ਨੇ, ਬਾਕੀਆਂ ਦਾ ਆਟੋਮੈਟਿਕਲੀ ਤੁਸੀਂ ਸਵਾਲ ਕਰ ਪਾਓਗੇ। ਇਹ ਕੌਨਸਟੀਟਿਊਸ਼ਨ ਆ ਜਿਹੜਾ, ਕਿਉਂਕਿ ਸਭ ਤੋਂ ਪਹਿਲਾਂ ਡੈਮੋਕ੍ਰੇਸੀ ਹੈ ਜਿਹੜੀ, ਹੈ ਨਾ, ਰਿਟਨ ਦੇ ਵਿੱਚ ਜਿਹੜੀ ਡੈਮੋਕ੍ਰੇਸੀ ਆਈ ਆ ਉਹ ਵੀ USA 'ਚ ਆਈ ਹੈ। ਅਤੇ ਸਭ ਤੋਂ ਪਹਿਲਾਂ ਜਿਹੜਾ ਕੌਨਸਟੀਟਿਊਸ਼ਨ ਹੈ, ਟੀ ਪਾਰਟੀ ਤੋਂ ਬਾਅਦ ਅਮਰੀਕਨ ਰੈਵੋਲੂਸ਼ਨ ਹੋਇਆ, ਉਸ ਤੋਂ ਬਾਅਦ ਟੀ ਪਾਰਟੀ ਰੱਖੀ ਗਈ, ਤਾਂ ਸਭ ਤੋਂ ਪਹਿਲਾਂ ਵਰਲਡ ਦੇ ਵਿੱਚ ਜਿਹੜਾ ਕੌਨਸਟੀਟਿਊਸ਼ਨ ਬਣਾਇਆ ਗਿਆ ਉਹ ਵੀ ਅਮਰੀਕਾ ਦੇ ਵਿੱਚ ਹੀ ਬਣਾਇਆ ਸੀਗਾ, USA ਨੇ ਬਣਾਇਆ ਸੀਗਾ। ਇਸ ਲਈ ਤਾਂ ਮੇਨ ਚੀਜ਼ਾਂ ਜਿਹੜੀਆਂ ਅਸੀਂ USA ਤੋਂ ਲਈਆਂ, ਜਿਹੜੀਆਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਨੇ, ਫੰਡਾਮੈਂਟਲ ਰਾਈਟਸ ਇੱਕ ਤਾਂ ਅਕਸਰ ਪੁੱਛਿਆ ਜਾਂਦਾ ਪੇਪਰ 'ਚ। ਦੂਸਰਾ, ਜਿਸ ਜਗ੍ਹਾ 'ਤੇ ਜੁਡੀਸ਼ੀਅਲ ਜਾਂ ਜੁਡੀਸ਼ਰੀ ਸ਼ਬਦ ਮਿਲੇਗਾ ਤੁਹਾਨੂੰ, ਉਹ ਜਿਹੜਾ ਕੁਝ ਵੀ ਆਊਗਾ ਉਹ ਅਮਰੀਕਾ ਤੋਂ ਲਿਆ। ਜੁਡੀਸ਼ੀਅਲ ਰਿਵਿਊ, ਠੀਕ ਹੈ, ਜੁਡੀਸ਼ਰੀ ਦੀ ਇੰਡੀਪੈਂਡੈਂਸੀ,
ਹਾਂਜੀ, ਜੁਡੀਸ਼ੀਅਲ ਰਿਵਿਊ, ਜੁਡੀਸ਼ਰੀ ਦੀ ਇੰਡੀਪੈਂਡੈਂਸੀ ਤੇ ਜੱਜਸ ਜੁਡੀਸ਼ਰੀ, ਮਤਲਬ 3 ਪੁਆਇੰਟ ਤੁਸੀਂ ਯਾਦ ਰੱਖਣੇ ਆ ਜਿਹੜੇ ਅਸੀਂ ਅਮਰੀਕਾ ਤੋਂ ਲਏ ਨੇ। ਜਿਹੜੇ ਸੁਪਰੀਮ ਕੋਰਟ ਨਾਲ ਜੁੜੇ ਹੋਏ ਪੁਆਇੰਟ ਨੇ ਮੋਸਟਲੀ ਉਹ ਅਸੀਂ ਕਿਤੋਂ ਲਏ ਨੇ, ਅਮਰੀਕਾ ਤੋਂ ਲਏ ਨੇ, ਕਿਉਂਕਿ ਡੈਮੋਕ੍ਰੇਸੀ ਦੀ ਜਿੱਥੇ ਸੰਵਿਧਾਨ ਦਾ ਹੋਣਾ ਜ਼ਰੂਰੀ ਹੁੰਦਾ ਡੈਮੋਕ੍ਰੇਸੀ 'ਚ, ਉੱਥੇ ਸੁਪਰੀਮ ਕੋਰਟ ਦਾ ਵੀ ਬਹੁਤ ਵੱਡਾ ਰੁਤਬਾ ਹੁੰਦਾ ਹੈ, ਉਹਦੀ ਆਜ਼ਾਦੀ ਦਾ ਹੋਣਾ ਹੈ ਨਾ, ਅਤੇ ਉਹਦੇ ਜੱਜਾਂ ਦੀ ਅਪੁਆਇੰਟਮੈਂਟ ਹਰ ਇੱਕ ਚੀਜ਼ ਬਹੁਤ ਜ਼ਰੂਰੀ ਹੁੰਦੀ ਹੈ। ਅਤੇ ਅਸੀਂ ਪੂਰੀ ਤਰ੍ਹਾਂ ਨਾਲ ਡੈਮੋਕ੍ਰੇਸੀ ਡਿਵੈਲਪ ਕਰਨਾ ਚਾਹੁੰਦੇ ਸੀਗੇ ਅਤੇ ਅਮਰੀਕਾ ਇਹਦੀ ਬੈਸਟ ਐਗਜ਼ਾਮਪਲ ਰਿਹਾ। ਇਸ ਲਈ ਅਮਰੀਕਾ ਤੋਂ ਅਸੀਂ ਇੱਕ ਤਾਂ ਜੁਡੀਸ਼ੀਅਲ ਰਿਵਿਊ ਲਿਆ। ਜੁਡੀਸ਼ੀਅਲ ਰਿਵਿਊ ਹੁੰਦਾ ਜੇਕਰ ਕੋਈ ਵੀ ਪਾਰਲੀਮੈਂਟ ਬਿੱਲ ਲੈ ਕੇ ਆਉਂਦੀ ਹੈ ਜਿਹਦਾ ਸੁਪਰੀਮ ਕੋਰਟ ਜਾਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਰਿਵਿਊ ਲੈਂਦੀ ਹੈ, ਕਦੇ ਉਹ ਜਿਹੜਾ ਐਕਟ ਬਣਾਇਆ ਗਿਆ ਪਾਰਲੀਮੈਂਟ ਦੁਆਰਾ, ਕਦੇ ਉਹ ਕੌਨਸਟੀਟਿਊਸ਼ਨ ਦੇ ਕਿਸੇ ਪ੍ਰੋਵੀਜ਼ਨ ਦੇ ਵਿਰੁੱਧ ਤਾਂ ਨਹੀਂ ਹੈਗਾ, ਅੰਗੇਸਟ ਤਾਂ ਨਹੀਂ ਹੈਗਾ। ਇਸ ਚੀਜ਼ ਨੂੰ ਜਿਹੜਾ ਵੀ ਉਹਨਾਂ ਨੂੰ ਲੱਗਦਾ ਸੁਪਰੀਮ ਕੋਰਟ ਜਾਂ ਹਾਈ ਕੋਰਟ ਉਸ ਦੇ ਉੱਪਰ ਰਿਵਿਊ ਲੈ ਸਕਦੀ ਹੈ ਕਿਸੇ ਵੀ ਐਕਟ ਦੇ ਉੱਪਰ, ਉਹਨੂੰ ਕਹਿੰਦੇ ਨੇ ਜੁਡੀਸ਼ੀਅਲ ਰਿਵਿਊ ਜੀ। ਦੂਸਰਾ ਹੁੰਦਾ ਕਿ ਸੁਪਰੀਮ ਕੋਰਟ ਹਾਈ ਕੋਰਟ ਆ ਜਿਹੜੀ ਜੁਡੀਸ਼ਰੀ ਆ, ਇਹਦੀ ਆਜ਼ਾਦੀ ਇੰਡੀਪੈਂਡੈਂਸੀ, ਬਹੁਤ ਵਧੀਆ ਪੁਆਇੰਟ ਆ ਇਹ ਇੰਡੀਪੈਂਡੈਂਸੀ। ਜੇਕਰ ਜੁਡੀਸ਼ਰੀ ਦੀ ਇੰਡੀਪੈਂਡੈਂਸੀ ਨਹੀਂ ਹੈਗੀ ਤਾਂ ਚਾਹੇ ਐਗਜ਼ੀਕਿਊਟਿਵ ਜਾਂ ਪਾਰਲੀਮੈਂਟ ਉਹਦੇ 'ਤੇ ਹਾਵੀ ਹੋ ਸਕਦੀ ਹੈ, ਲੋਕਾਂ ਦੇ ਫੰਡਾਮੈਂਟਲ ਰਾਈਟਸ ਨੇ ਜਾਂ ਹੋਰ ਬਹੁਤ ਸਾਰੇ ਜਿਹੜੇ ਅਧਿਕਾਰ ਨੇ ਉਹ ਖੁੱਸ ਸਕਦੇ ਨੇ ਜੀ। ਤੀਸਰਾ ਹੈਗਾ ਰਿਮੂਵਲ ਆਫ ਸੁਪਰੀਮ ਕੋਰਟ ਜੱਜ ਐਂਡ ਹਾਈ ਕੋਰਟ ਜੱਜ। ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਜੱਜਾਂ ਨੂੰ ਸਧਾਰਨ ਤਰੀਕੇ ਨਾਲ ਰਿਮੂਵ ਨਹੀਂ ਕੀਤਾ ਜਾ ਸਕਦਾ। ਇਹਨਾਂ ਦੀ ਇੱਕ ਇੰਪੀਚਮੈਂਟ ਹੁੰਦੀ ਹੈ ਜਿਹੜੀ ਕਿ ਕਾਫੀ ਡਿਫੀਕਲਟ ਪ੍ਰੋਸੀਜਰ ਹੁੰਦਾ ਹੈ। ਇੰਝ ਨਹੀਂ ਹੈਗਾ ਕਿ ਹਾਂ ਸਰਕਾਰ ਬੜੀ ਜਲਦੀ ਨਾਲ ਕਿਸੇ ਜੱਜ ਨੂੰ ਰਿਮੂਵ ਕਰ ਦਊਗੀ। ਪਾਰਲੀਮੈਂਟਰੀ ਪ੍ਰੋਸੀਜਰ ਹੁੰਦਾ, ਇੰਪੀਚਮੈਂਟ ਹੁੰਦੀ ਹੈ, ਕੁਐਰੀ ਬਹਿੰਦੀ ਹੈ ਨਾ, ਸਪੀਕਰ ਵੱਲੋਂ ਮਾਨਤਾ ਦਿੱਤੀ ਜਾਂਦੀ ਹੈ। ਬਹੁਤ ਸਾਰੇ ਪ੍ਰੋਸੈਸ ਤੋਂ ਬਾਅਦ ਇੱਕ ਜੱਜ ਨੂੰ ਹਟਾਇਆ ਜਾ ਸਕਦਾ। ਅੱਜ ਤਾਈਂ ਇੱਦਾਂ ਹੋਇਆ ਨਹੀਂ ਵੀ ਕਿਸੇ ਜੱਜ ਨੂੰ ਇੰਪੀਚਮੈਂਟ ਨਾਲ ਲਾਇਆ ਹੋਵੇ। ਠੀਕ ਹੈ, 1-2 ਵਾਰੀ ਜ਼ਰੂਰ ਪਾਰਲੀਮੈਂਟ ਦੇ ਵਿੱਚ ਕੇਸ ਚੱਲੇ ਨੇ, ਪਰ ਉਸ ਤੋਂ ਪਹਿਲਾਂ ਉਹਨਾਂ ਨੇ ਅਸਤੀਫਾ ਦੇ ਦਿੱਤਾ। ਤਾਂ ਇਹ ਆਪਣੇ ਕੋਲੇ ਪੁਆਇੰਟ ਜਿਹੜੇ ਅਮਰੀਕਾ ਤੋਂ ਲਿਆ, ਫੰਡਾਮੈਂਟਲ ਰਾਈਟਸ ਦੇ 3 ਪੁਆਇੰਟ ਲਏ ਨੇ ਜੁਡੀਸ਼ਰੀ ਨਾਲ ਜੁੜੇ ਹੋਏ, ਤੇ 2 ਪੁਆਇੰਟ ਲਏ ਨੇ ਆਪਾਂ ਪ੍ਰੈਜ਼ੀਡੈਂਟ ਨਾਲ ਜੁੜੇ ਹੋਏ। ਇੱਕ ਤਾਂ ਪ੍ਰੈਜ਼ੀਡੈਂਟ ਦੇ ਪ੍ਰੋਸੀਜਰ ਆ ਇੰਪੀਚਮੈਂਟ ਜੀ। ਠੀਕ ਹੈ, ਇੰਪੀਚਮੈਂਟ ਆ ਜਿਹੜਾ ਮਹਾਦੋਸ਼ ਹੈ, ਪੰਜਾਬੀ 'ਚ ਮਹਾਦੋਸ਼ ਕਹਿ ਦਿੰਦੇ ਆ, ਰਾਸ਼ਟਰਪਤੀ ਦਾ ਮਹਾਦੋਸ਼ ਦਾ ਜਿਹੜਾ ਪ੍ਰੋਸੀਜਰ ਹੈ ਆਪਣੇ ਕੋਲ ਆਰਟੀਕਲ 55 ਦੇ ਅੰਦਰ ਜਿਹੜਾ ਆਉਂਦਾ ਹੈ। ਇਹ ਪ੍ਰੋਸੀਜਰ ਹੈ ਜਿਹੜਾ ਇਹ ਕਿਤੋਂ ਲਿਆ ਸੀ, ਸੌਰੀ ਇਹ ਆਪਣੇ ਕੋਲ ਆਉਂਦਾ ਜੀ 61 ਇੰਪੀਚਮੈਂਟ। ਹਾਂਜੀ, 61 ਇੰਪੀਚਮੈਂਟ। 55 ਦੇ ਵਿੱਚ ਪ੍ਰੋਸੀਜਰ ਇਲੈਕਸ਼ਨ ਪ੍ਰੋਸੀਜਰ ਹੈ ਜੀ। 61 ਆਰਟੀਕਲ ਦੇ ਵਿੱਚ ਆਉਂਦਾ। ਇਹ ਆਪਾਂ ਕਿਤੋਂ ਲਿਆ, ਅਮਰੀਕਾ ਤੋਂ ਲਿਆ ਪ੍ਰੈਜ਼ੀਡੈਂਟ ਦਾ। ਤੇ ਦੂਸਰਾ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੈ, ਠੀਕ ਹੈ, ਇਹ ਅਪਰ ਹਾਊਸ ਆ, ਜਿਹੜਾ ਅਪਰ ਹਾਊਸ ਰਾਜ ਸਭਾ ਦਾ ਚੇਅਰਮੈਨ ਹੋਊਗਾ। ਇਹ ਪ੍ਰੋਵੀਜ਼ਨ ਅਸੀਂ ਕਿਤੋਂ ਲਿਆ, ਅਮਰੀਕਾ ਤੋਂ ਲਿਆ ਜੀ। ਠੀਕ ਹੈ, ਮੈਨੂੰ ਲੱਗਦਾ ਤੁਸੀਂ ਇਹ ਯਾਦ ਕਰ ਲੈਣਗੇ, ਬਹੁਤ ਇੰਪੋਰਟੈਂਟ ਨੇ ਇਹ ਪੁਆਇੰਟ ਸਾਰੇ ਦੇ ਸਾਰੇ। ਹਾਂਜੀ, ਅਗਲਾ ਆਪਣੇ ਕੋਲ ਆ ਗਿਆ ਜੀ ਬ੍ਰਿਟਿਸ਼ ਕੌਨਸਟੀਟਿਊਸ਼ਨ। ਬ੍ਰਿਟੇਨ ਨੇ ਸਾਡੇ ਉੱਪਰ ਰਾਜ ਕੀਤਾ, ਇਸ ਲਈ ਬ੍ਰਿਟਿਸ਼ ਕੌਨਸਟੀਟਿਊਸ਼ਨ ਤੇ ਬ੍ਰਿਟਿਸ਼ ਦਾ ਸਾਡੇ ਉੱਪਰ ਬਹੁਤ ਜ਼ਿਆਦਾ ਪ੍ਰਭਾਵ ਰਿਹਾ ਜੀ। ਤਾਂ ਬ੍ਰਿਟਿਸ਼ ਤੋਂ ਅਸੀਂ ਕੀ ਲਿਆ, ਮੋਸਟਲੀ ਬ੍ਰਿਟਿਸ਼ ਤੋਂ ਜਿਹੜੀਆਂ ਚੀਜ਼ਾਂ ਲਈਆਂ ਨੇ ਅਸੀਂ ਉਹ ਪਾਰਲੀਮੈਂਟਰੀ ਸਿਸਟਮ ਹੀ ਲਿਆ, ਕਿਉਂਕਿ ਅੰਗਰੇਜ਼ਾਂ ਨੇ 1861 ਤੋਂ ਲੈ ਕੇ ਹੀ ਇੱਕ ਮਿੰਨੀ ਪਾਰਲੀਮੈਂਟ ਡਿਵੈਲਪ ਕਰਨੀ ਸ਼ੁਰੂ ਕਰਤੀ ਸੀਗੀ, ਇੱਕ ਕੌਂਸਲ ਬਣਾਉਣੀ ਸ਼ੁਰੂ ਕਰਤੀ ਜਿਹੜੀ ਅੱਜ ਦੇ ਵਿੱਚ ਪਾਰਲੀਮੈਂਟ ਦਾ ਰੂਪ ਧਾਰਨ ਕਰ ਗਈ ਹੈ। ਅਤੇ ਇਸ ਲਈ ਉਹਨਾਂ ਦਾ ਜਿਹੜਾ ਪ੍ਰੋਸੀਜਰ ਬਣਿਆ ਆਇਆ ਸੀ ਅਸੀਂ ਉਹਦੇ ਨਾਲ ਫੈਮਿਲਰ ਸੀਗੇ ਅਤੇ ਇਸ ਕਰਕੇ ਅਸੀਂ ਉਹੀ ਨੂੰ ਅਡਾਪਟ ਕੀਤਾ ਜੀ। ਬ੍ਰਿਟਿਸ਼ ਕੌਨਸਟੀਟਿਊਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਰੂਲ ਆਫ ਲਾਅ। ਤਾਂ ਇਹਦਾ ਮਤਲਬ ਹੈ ਵੀ ਜਿਹੜਾ ਇੰਡੀਆ ਦੇ ਵਿੱਚ ਰੂਲ ਹੋਊਗਾ, ਜਿਹੜਾ ਰਾਜ ਹੋਊਗਾ, ਉਹ ਲਾਅ ਦਾ ਚੱਲੂਗਾ ਜੀ। ਲਾਅ ਦੁਆਰਾ ਸਟੈਬਲਿਸ਼ ਕੀਤੇ ਹੋਏ ਪ੍ਰੋਵੀਜ਼ਨਾਂ ਦੁਆਰਾ ਰੂਲ ਕੀਤਾ ਜਾਊਗਾ। ਕੋਈ ਡਿਕਟੇਟਰਸ਼ਿਪ ਨਹੀਂ ਹੋ ਸਕਦੀ, ਹੈ ਨਾ, ਕੋਈ ਹਰਾਰਕੀ ਨਹੀਂ ਹੋ ਸਕਦੀ। ਰੂਲ ਆਫ ਲਾਅ ਜੀ, ਇਹ ਕਿਤੋਂ ਲਿਆ,
ਬ੍ਰਿਟਿਸ਼ ਤੋਂ ਲਿਆ ਜੀ। ਦੂਸਰਾ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ, ਜਿਹੜੀ ਗਵਰਨਮੈਂਟ ਹੋਊਗੀ ਉਹ ਪਾਰਲੀਮੈਂਟਰੀ ਫਾਰਮ ਦੇ ਵਿੱਚ ਹੋਊਗੀ। ਜਿਵੇਂ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਫਾਰਮ ਹੈ, ਸਾਡੇ ਪਾਰਲੀਮੈਂਟਰੀ ਫਾਰਮ ਹੋਊਗੀ। ਇੱਥੇ ਕੈਬਨਿਟ ਆ ਜਿਹੜਾ ਲੋਕ ਸਭਾ ਨੂੰ ਜਵਾਬਦੇਹ ਹੈ ਆਪਣੇ ਹਰੇਕ ਐਕਟ ਦੇ ਲਈ, ਐਕਸ਼ਨ ਦੇ ਲਈ, ਠੀਕ ਹੈ। ਤਾਂ ਜਿਹੜੀ ਇੱਥੇ ਗਵਰਨਮੈਂਟ ਹੋਊਗੀ ਉਹ ਪਾਰਲੀਮੈਂਟਰੀ ਫਾਰਮ ਦੇ ਵਿੱਚ ਹੋਊਗੀ, ਪਾਰਲੀਮੈਂਟ ਨੂੰ ਜਵਾਬਦੇਹ ਹੋਊਗੀ ਜੀ। ਤੀਸਰਾ ਪੁਆਇੰਟ ਆ ਜਾਂਦਾ ਸਿੰਗਲ ਸਿਟੀਜ਼ਨਸ਼ਿਪ। ਅਮਰੀਕਾ ਦੇ ਵਿੱਚ ਡਬਲ ਸਿਟੀਜ਼ਨਸ਼ਿਪ ਹੈ, ਹਰੇਕ ਵਿਅਕਤੀ ਕੋਲੇ ਆਪਣੇ ਇੱਕ ਸਟੇਟ ਦੀ ਸਿਟੀਜ਼ਨਸ਼ਿਪ ਹੁੰਦੀ ਆ ਤੇ ਇੱਕ ਦੇਸ਼ ਦੀ USA ਦੀ ਸਿਟੀਜ਼ਨਸ਼ਿਪ ਹੈ। ਤਾਂ ਇੰਗਲੈਂਡ ਦੇ ਵਿੱਚ ਸਿਰਫ ਇੱਕੋ ਹੀ ਸਿਟੀਜ਼ਨਸ਼ਿਪ ਹੈ ਜਿਹਦੇ ਵਿੱਚ ਕੀ ਆ ਜਾਂਦਾ ਨਾ ਸੈਂਟਰਲ ਸਿਟੀਜ਼ਨਸ਼ਿਪ। ਤਾਂ ਉਸੇ ਨੂੰ ਅਸੀਂ ਫੋਲੋ ਕਰਦੇ ਹੋਇਆ ਸਿਟੀਜ਼ਨਸ਼ਿਪ ਇੰਡੀਆ ਅਡਾਪਟ ਕੀਤੀ ਹੈ, ਠੀਕ ਹੈ। ਕਿਸੇ ਸਟੇਟ ਦੀ ਸਿਟੀਜ਼ਨਸ਼ਿਪ ਪੰਜਾਬ ਜਾਂ ਸਿਟੀਜ਼ਨਸ਼ਿਪ ਬਿਹਾਰ ਸਾਡੇ ਇਹ ਪ੍ਰੋਵੀਜ਼ਨ ਨਹੀਂ ਹੈਗਾ। ਇਹ ਅਸੀਂ ਕਿਤੋਂ ਲਿਆ ਜੀ? ਇਹ ਲਿਆ ਜੀ ਅਸੀਂ ਬ੍ਰਿਟੇਨ ਤੋਂ। ਅਗਲਾ ਜਿਹੜਾ ਆਪਣੇ ਕੋਲ ਆ ਜਾਂਦਾ ਕੈਬਨਿਟ ਸਿਸਟਮ। ਕੈਬਨਿਟ ਸਿਸਟਮ, ਕੈਬਨਿਟ ਜੋ ਪਹਿਲਾਂ ਆਪਣੇ ਅੱਜ ਦੇ ਟਾਈਮ ਦੇ ਵਿੱਚ ਕੈਬਨਿਟ ਨੇ, ਕੈਬਨਿਟ ਮੰਤਰੀ ਨੇ, ਸਟੇਟ ਮਿਨਿਸਟਰ ਨੇ, ਹੈ ਨਾ, ਪੋਰਟਫੋਲੀਓ ਸਿਸਟਮ ਹੈ। ਇਹ ਸਾਰੇ ਦਾ ਸਾਰਾ ਜਿਹੜਾ ਇਹ ਸਿਸਟਮ ਹੈ ਗੌਰਮੈਂਟ ਦਾ ਤੇ ਪਾਰਲੀਮੈਂਟ ਦਾ, ਸਾਰੇ ਦਾ ਸਾਰਾ ਅਸੀਂ ਅਡਾਪਟ ਕਿਤੋਂ ਕੀਤਾ? ਬ੍ਰਿਟਿਸ਼ ਕੌਨਸਟੀਟਿਊਸ਼ਨ ਤੋਂ ਜਾਂ ਬ੍ਰਿਟੇਨ ਦੇ ਲੋਕਾਂ ਤੋਂ ਅਡਾਪਟ ਕੀਤਾ ਜੀ ਕੈਬਨਿਟ ਸਿਸਟਮ। ਅਗਲਾ ਆ ਜਾਂਦਾ ਲੈਜਿਸਲੇਟਿਵ ਪ੍ਰੋਸੀਜਰ। ਲੋਕ ਸਭਾ ਦੇ ਵਿੱਚ ਜਾਂ ਰਾਜ ਸਭਾ ਦੇ ਵਿੱਚ ਜਾਂ ਸਟੇਟ ਦੀਆਂ ਵਿਧਾਨ ਸਭਾ ਦੇ ਵਿੱਚ ਜਿਹੜਾ ਪ੍ਰੋਸੀਜਰ ਫੋਲੋ ਕੀਤਾ ਜਾਂਦਾ ਹੈ ਨਾ, ਕਿਸੇ ਬਿੱਲ ਨੂੰ ਲਿਆਉਣ ਦਾ, ਉਹਨੂੰ ਪਾਸ ਕਰਨ ਦਾ, ਉਹ ਸਾਰੇ ਦੇ ਸਾਰੇ ਜਿੰਨੇ ਵੀ ਪ੍ਰੋਵੀਜ਼ਨ ਨੇ ਸਾਰੇ ਦੇ ਸਾਰੇ ਅਸੀਂ ਐਜ਼ ਇਟ ਕਿਹਦੇ ਫੋਲੋ ਕੀਤੇ ਆ? ਬ੍ਰਿਟੇਨ ਦੇ। ਬਜਟ ਵਗੈਰਾ ਸਾਰੀਆਂ ਟਰਮਾਂ ਨੇ ਜਿਹੜੀਆਂ ਕਿੱਥੋਂ ਆਈਆਂ ਨੇ, ਕੁਐਸਚਨ ਆਵਰ ਹੋਇਆ, ਇਹ ਸਾਰੀਆਂ ਟਰਮਾਂ ਕਿੱਥੋਂ ਆਈਆਂ ਨੇ? ਬ੍ਰਿਟਿਸ਼ ਕੌਨਸਟੀਟਿਊਸ਼ਨ ਤੋਂ ਲਈ। ਬਾਈ ਕੈਮਰਲਿਜ਼ਮ ਜੀ, ਮਤਲਬ ਇਹਦਾ ਮਤਲਬ ਹੁੰਦਾ ਦੋ ਸਦਨੀ ਜਾਂ ਟੂ ਹਾਊਸ। ਬਾਈ ਕੈਮਰਲਿਜ਼ਮ ਅਸੀਂ ਬ੍ਰਿਟੇਨ ਦੇ ਵਿੱਚ ਵੀ, ਇਹ ਤਾਂ USA ਦੇ ਵਿੱਚ ਵੀ ਦੋ ਹੀ ਸਦਨ ਨੇ ਜੀ, ਪਰ ਟੂ ਹਾਊਸ ਨੇ। ਮਤਲਬ ਬ੍ਰਿਟੇਨ ਦੇ ਵਿੱਚ ਕੀ ਹੈ? ਇੱਕ ਅਪਰ ਹਾਊਸ, ਇੱਕ ਲੋਅਰ ਹਾਊਸ ਹੈ। ਸਮਝ ਲੱਗੇ ਗੱਲ? ਉਸੇ ਤਰੀਕੇ ਦੇ ਨਾਲ ਕਰਾਊਨ ਬਣਿਆ ਹੋਇਆ ਦੋ ਸਦਨ ਤੇ ਮਹਾਰਾਣੀ ਨੂੰ ਮਿਲਾ ਕੇ, ਉਸੇ ਤਰੀਕੇ ਨਾਲ ਅਸੀਂ ਕੀ ਕੀਤਾ? ਬਾਈ ਕੈਮਰਲਿਜ਼ਮ, ਇੱਕ ਅਸੀਂ ਲੋਕ ਸਭਾ ਬਣਾਈ ਹੈ ਜੀ ਤੇ ਦੂਸਰੇ ਅਸੀਂ ਰਾਜ ਸਭਾ ਬਣਾਈ ਹੈ ਜੀ। ਅਸੀਂ ਕੀ ਕੀਤਾ? ਬ੍ਰਿਟੇਨ ਦੇ ਉੱਪਰੋਂ ਸੇਮ ਚੀਜ਼ ਅਡਾਪਟ ਕੀਤੀ ਆ, ਦੋ ਸਦਨ ਰੱਖੇ ਨੇ ਅਸੀਂ ਵੀ ਸੈਂਟਰ ਦੇ ਵਿੱਚ ਜੀ। ਅਗਲਾ ਆ ਜਾਂਦਾ ਆਪਣੇ ਕੋਲੇ ਜੀ ਆਇਰਿਸ਼ ਕੌਨਸਟੀਟਿਊਸ਼ਨ। ਆਇਰਲੈਂਡ ਦੇ ਕੌਨਸਟੀਟਿਊਸ਼ਨ ਤੋਂ ਅਸੀਂ ਬਹੁਤ ਸਾਰੀਆਂ ਚੀਜ਼ਾਂ ਲਈਆਂ ਜਿਹਨੂੰ ਆਇਰਿਸ਼ ਕੌਨਸਟੀਟਿਊਸ਼ਨ ਬੋਲ ਦਿੰਦੇ ਆ। ਇਹਦੇ ਵਿੱਚੋਂ ਜਿਹੜੀ ਇੰਪੋਰਟੈਂਟ ਚੀਜ਼ ਆ ਉਹ ਹੈ ਡਾਇਰੈਕਟ ਪ੍ਰਿੰਸੀਪਲ ਆਫ ਸਟੇਟ ਪਾਲਿਸੀ। ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ। ਨਿਰਦੇਸ਼ਕ ਤੁਸੀਂ ਦੇਖਿਆ ਹੋਊਗਾ ਜਦੋਂ ਫਿਲਮ ਵੀ ਹੁੰਦੀ ਆ ਵੀ ਨਿਰਦੇਸ਼ਕ ਕੌਣ ਹੈ? ਨਿਰਦੇਸ਼ ਹੁੰਦਾ ਕਿਸੇ ਨੂੰ ਡਾਇਰੈਕਟ ਕਰਨਾ, ਸਮਝ ਲੱਗੇ ਵੀ ਇਸ ਤਰੀਕੇ ਨਾਲ ਤੂੰ ਆਹ ਕੰਮ ਨੂੰ ਇਸ ਤਰੀਕੇ ਨਾਲ ਕਰਨਾ ਹੈ, ਉਸ ਚੀਜ਼ ਨੂੰ ਆਪਾਂ ਡਾਇਰੈਕਟਿਵ ਬੋਲ ਦਿੰਦੇ ਆ। ਮਤਲਬ ਸਰਕਾਰ ਨੇ ਕਿਸ ਤਰੀਕੇ ਨਾਲ ਦੇਸ਼ ਨੂੰ ਚਲਾਉਣਾ ਹੈ, ਠੀਕ ਹੈ। ਉਹ ਕੁਝ ਸਿਧਾਂਤ ਬਣਾਤੇ ਨੇ ਸੰਵਿਧਾਨ ਦੇ ਵਿੱਚ ਵੀ ਸਰਕਾਰ ਨੂੰ ਇੱਦਾਂ ਇੱਦਾਂ ਕੰਮ ਕਰਨੇ ਚਾਹੀਦੇ ਆ, ਆਹ ਕੰਮ ਕਰਨੇ ਚਾਹੀਦੇ ਆ, ਤਾਂ ਕਿ ਆਉਣ ਵਾਲਾ ਕੋਈ ਨੇਤਾ ਜਾਂ ਵਜ਼ੀਰ ਆਜ਼ਮ ਕੋਈ ਇੱਦਾਂ ਜਿਵੇਂ ਮੋਦੀ ਦਾ ਜਾਂ ਕੋਈ ਹੋਰ ਕਿਸੇ ਵੀ ਤਰ੍ਹਾਂ ਦਾ ਆ ਕੇ ਮਤਲਬ ਲੋਕਾਂ ਦੇ ਹਿੱਤਾਂ ਦੇ ਵਿਰੁੱਧ ਨਾ ਕੋਈ ਕੰਮ ਕਰ ਸਕੇ, ਵੀ ਉਹਨੂੰ ਕੀ ਕੀ ਕੰਮ ਕਰਨੇ ਚਾਹੀਦੇ ਆ। ਵੈਸੇ ਇਹ ਬਾਉਂਡਡ ਨਹੀਂ ਹੈਗਾ ਕਿਸੇ ਵੀ ਸਰਕਾਰ ਦੇ ਉੱਪਰ ਵੀ ਇਹਨਾਂ ਨੂੰ ਸਾਰਿਆਂ ਨੂੰ ਮੰਨਣਾ ਹੀ ਹੈ। ਜੇ ਨਾ ਮੰਨੇ ਆਪਾਂ ਨੂੰ ਕੋਰਟ 'ਚ ਨਹੀਂ ਲਿਜਾ ਸਕਦੇ, ਪਰ ਇੱਕ ਮੋਰੈਲਿਟੀ ਹੈ ਸਰਕਾਰ ਦੀ, ਨੈਤਿਕਤਾ ਦੇ ਬੇਸ ਇਹ ਸਿਧਾਂਤ ਰੱਖੇ ਗਏ ਨੇ, ਬਹੁਤ ਇੰਪੋਰਟੈਂਟ ਨੇ। ਇਹ ਵੀ ਪੇਪਰ ਦੇ ਵਿੱਚ ਕਾਫੀ ਪੁੱਛੇ ਜਾਂਦੇ ਨੇ। ਆਇਰਿਸ਼ ਕੌਨਸਟੀਟਿਊਸ਼ਨ ਤੋਂ ਆਪਾਂ ਲਏ ਨੇ। ਅਗਲੀ ਚੀਜ਼ ਆ ਜਾਂਦੀ ਹੈ ਨੋਮੀਨੇਸ਼ਨ ਆਫ ਮੈਂਬਰ ਟੂ ਅਪਰ ਹਾਊਸ। ਅਪਰ ਹਾਊਸ ਮਤਲਬ ਰਾਜ ਸਭਾ ਦੇ ਵਿੱਚ ਕੁਝ ਵਿਅਕਤੀਆਂ ਨੂੰ ਜਾਂ ਮੈਂਬਰਾਂ ਨੂੰ ਮਨੋਨੀਤ ਕੀਤਾ ਜਾਂਦਾ ਜੀ। ਮਤਲਬ ਇੱਥੇ ਕੀ ਹੈ, 12 ਮੈਂਬਰ ਨੇ, 12 ਮੈਂਬਰ ਅਸੀਂ ਰਾਜ ਸਭਾ ਦੇ ਵਿੱਚ ਜਿਹੜੇ ਨੋਮੀਨੇਟ ਕਰਦੇ ਹਾਂ ਲਿਟਰੇਚਰ, ਆਰਟ, ਸੋਸ਼ਲ ਸਰਵਿਸ, ਸਾਇੰਸ ਦੇ ਵਿੱਚੋਂ। ਉਹ ਇਹ ਪ੍ਰੋਵੀਜ਼ਨ ਜਿਹੜਾ ਅਸੀਂ ਲਿਆ ਹੋਇਆ ਇਹ ਆਇਰਿਸ਼ ਕੌਨਸਟੀਟਿਊਸ਼ਨ ਤੋਂ ਲਿਆ ਜੀ। ਪ੍ਰੈਜ਼ੀਡੈਂਟ ਨੋਮੀਨੇਟ ਕਰਦਾ ਇਹਨਾਂ 12 ਮੈਂਬਰਾਂ ਨੂੰ। ਅੱਗੇ ਆ ਜਾਂਦਾ ਇਲੈਕਸ਼ਨ ਮੈਥਡ ਆਫ ਦਾ ਪ੍ਰੈਜ਼ੀਡੈਂਟ। ਪ੍ਰੈਜ਼ੀਡੈਂਟ ਦਾ ਇਲੈਕਸ਼ਨ ਮੈਥਡ, ਠੀਕ ਹੈ। ਇਹ ਮੈਂ ਪਹਿਲਾਂ ਤੁਹਾਨੂੰ ਜਿਹੜਾ ਦੱਸਿਆ ਸੀਗਾ 55 ਜੀ, ਆਰਟੀਕਲ 55 ਦੇ ਵਿੱਚ ਆ। 45 ਆਰਟੀਕਲ ਕਹਿੰਦਾ ਹੈ ਪ੍ਰੈਜ਼ੀਡੈਂਟ ਦਾ ਇਲੈਕਸ਼ਨ ਹੋਵੇਗਾ, ਪਰ ਕੀ ਤਰੀਕਾ ਹੋਊਗਾ ਇਲੈਕਸ਼ਨ ਦਾ ਪ੍ਰੈਜ਼ੀਡੈਂਟ ਦਾ, ਤਾਂ ਉਹ ਆਪਾਂ ਨੂੰ ਕੀ ਮੈਨਰ ਆਫ ਇਲੈਕਸ਼ਨ ਆ ਜਿਹੜਾ 55 ਦੇ ਵਿੱਚ ਸਾਨੂੰ ਦੱਸਿਆ ਹੋਇਆ ਆਰਟੀਕਲ ਦੇ ਵਿੱਚ 55 ਦੇ ਵਿੱਚ ਜੀ। ਅਗਲਾ ਆਪਣੇ ਕੋਲ ਆ ਜਾਂਦੇ ਨੇ ਜੀ ਹਾਂਜੀ
ਕੈਨੇਡੀਅਨ ਕੌਂਸਟੀਟਿਊਸ਼ਨ ਜੀ, ਕੈਨੇਡਾ ਦੇ ਕੌਂਸਟੀਟਿਊਸ਼ਨ ਤੋਂ ਕਿਹੜੀਆਂ ਚੀਜ਼ਾਂ ਲਈਆਂ ਗਈਆਂ। ਦੇਖੋ ਕੈਨੇਡਾ ਦਾ ਜਿਹੜਾ ਹੈਗਾ ਨਾ, ਸੈਂਟਰ ਦੇ ਵਿੱਚ ਮੋਰ ਪਾਵਰ ਹੈ ਕੈਨੇਡਾ ਦੇ ਵਿੱਚ, ਠੀਕ ਹੈ, ਪਰ ਅਮਰੀਕਾ ਦੇ ਵਿੱਚ ਪਾਵਰ ਹੈ ਜਿਹੜੀ ਉਹ ਵੰਡੀ ਗਈ ਹੈ ਨਾ। ਮਤਲਬ ਕਹਿਣ ਤੋਂ ਭਾਵ ਇੱਥੇ ਅਮਰੀਕਾ 'ਚ ਫੈਡਰਲਿਜ਼ਮ ਬਹੁਤ ਸਟਰੋਂਗ ਹੈ। ਕੋਈ ਵੀ ਸਟੇਟ ਚਾਹੇ ਤਾਂ ਅਲੱਗ ਹੋ ਸਕਦਾ ਹੈ। ਜਿੰਨੇ 50 ਸਟੇਟ ਨੇ ਅਮਰੀਕਾ 'ਚ, 50 ਰਾਜ ਨੇ, ਉਹਨਾਂ ਦੇ ਵਿੱਚੋਂ ਜੇ ਕੋਈ ਰਾਜ ਚਾਹੇ ਤਾਂ ਅਲੱਗ ਹੋ ਸਕਦਾ USA 'ਚੋਂ, ਕਿਉਂਕਿ ਉਹ ਯੂਨਾਈਟ ਹੋਏ ਹੋਏ ਨੇ। ਪਰ ਕੈਨੇਡਾ ਦੇ ਵਿੱਚ ਸਾਰੀ ਪਾਵਰ ਸੈਂਟਰ 'ਚ ਰੱਖੀ ਹੋਈ ਹੈ, ਠੀਕ ਹੈ। ਇਸ ਕਰਕੇ ਜਿਹੜੀ ਇੱਕ ਤਾਂ ਇਹ ਚੀਜ਼ ਹੈ ਕਿ ਜਿਹੜਾ ਫੈਡਰੇਸ਼ਨ ਹੈ, ਫੈਡਰੇਸ਼ਨ ਵਿਦ ਸਟਰੋਂਗ ਸੈਂਟਰ, ਤਾਂ ਸੈਂਟਰ ਆ ਜਿਹੜਾ ਸੈਂਟਰਲ ਸਾਡਾ, ਜਿਵੇਂ ਦਿੱਲੀ ਹੈ ਯੂਨੀਅਨ ਗੌਰਮੈਂਟ ਆ ਜਾਂ ਸੈਂਟਰਲ ਪ੍ਰੋਵੀਜ਼ਨ ਹੈ, ਉਹ ਜ਼ਿਆਦਾ ਸਟਰੋਂਗ ਨੇ ਸਟੇਟਾਂ ਦੇ ਉੱਪਰ, ਕਿਉਂਕਿ ਟੈਕਸ ਵੀ ਜ਼ਿਆਦਾ ਲੈ ਕੇ ਜਾਂਦਾ। ਸੈਂਟਰ ਕੋਲ 60% ਹਿੱਸਾ ਟੈਕਸ ਦਾ ਜਾਂਦਾ ਹੈ, 40% ਸਟੇਟਾਂ ਨੂੰ ਮਿਲਦਾ ਹੈ ਲਗਭਗ, ਠੀਕ ਹੈ। ਇਸ ਕਰਕੇ ਸੈਂਟਰ ਸਟਰੋਂਗ ਹੈ ਇੰਡੀਆ ਦਾ, ਸਟੇਟ ਥੋੜ੍ਹੇ ਜਿਹੇ ਵੀਕ ਰੱਖੇ ਗਏ ਆ, ਤਾਂ ਕਰਕੇ ਕੋਈ ਸਟੇਟ ਅਲੱਗ ਨਾ ਹੋ ਸਕੇ। ਜਿਵੇਂ ਕਿ ਅਲੱਗ ਬੋਡੋ ਵਾਲੇ ਆਪਣੇ ਰਾਜ ਨੂੰ ਅਲੱਗ ਬਣਾਉਣਾ ਚਾਹੁੰਦੇ ਨੇ, ਸਿੱਖ ਆ ਜਿਹੜੇ ਖਾਲਿਸਤਾਨ ਬਣਾਉਣਾ ਚਾਹੁੰਦੇ ਨੇ, ਇੱਦਾਂ ਬਣਾਉਣਾ ਬਹੁਤ ਮੁਸ਼ਕਿਲ ਹੈ, ਕਿਉਂਕਿ ਪਾਵਰਫੁੱਲ ਸੈਂਟਰ ਨੂੰ ਜ਼ਿਆਦਾ ਕੀਤਾ ਹੋਇਆ ਜੀ। ਅੱਗੇ ਆ ਜਾਂਦਾ ਜੀ ਇਹਦੇ ਵਿੱਚ ਅਪੁਆਇੰਟਮੈਂਟ ਆਫ ਸਟੇਟ ਗਵਰਨਰਸ ਬਾਏ ਸੈਂਟਰਲ ਗੌਰਮੈਂਟ, ਮਤਲਬ ਸੇਮ ਚੀਜ਼ ਹੈ। ਸੈਂਟਰ ਨੂੰ ਪਾਵਰਫੁਲ ਬਣਾਉਣ ਦੇ ਲਈ ਗਵਰਨਰ ਆ ਜਿਹੜੇ ਉਸ ਮਤਲਬ ਕਿਹਦੇ ਦੁਆਰਾ ਅਪੁਆਇੰਟ ਕੀਤੇ ਜਾਂਦੇ ਨੇ, ਸੈਂਟਰ ਸਰਕਾਰ ਦੁਆਰਾ ਪ੍ਰੈਜ਼ੀਡੈਂਟ ਅਪੁਆਇੰਟ ਕਰਦਾ ਹੈ, ਹੋਮ ਮਿਨਿਸਟਰੀ ਦੇ ਕਹਿਣ ਤੇ ਗਵਰਨਰ ਲੱਗਦੇ ਆ ਜੀ। ਅੱਗੇ ਆ ਜਾਂਦਾ ਐਡਵਾਈਜ਼ਰੀ ਜੂਰੀਡਿਕਸ਼ਨ ਆਫ ਸੁਪਰੀਮ ਕੋਰਟ, ਸੁਪਰੀਮ ਕੋਰਟ ਐਡਵਾਈਜ਼ ਦੇ ਸਕਦੀ ਹੈ ਜਾਂ ਐਡਵਾਈਜ਼ ਪ੍ਰੈਜ਼ੀਡੈਂਟ ਇਹ ਤੋਂ ਐਡਵਾਈਜ਼ ਲੈ ਸਕਦਾ ਹੈ, ਠੀਕ ਹੈ। ਜੇ ਮੈਂ ਗਲਤ ਨਾ ਹੋਵਾਂ ਤਾਂ ਆਈ ਥਿੰਕ ਆਰਟੀਕਲ 143 ਦੇ ਅੰਦਰ ਹੈ ਇਹ, ਜਾਂ 39 ਜਾਂ 139 ਜਾਂ 143 ਦੇ ਆਸੇ ਪਾਸੇ ਹੈ ਇਹ, ਜਾਂ 41, ਇਹਨਾਂ ਦੋਵਾਂ ਤਿੰਨ ਆਰਟੀਕਲਾਂ ਦੇ ਵਿੱਚੋਂ ਹੈ ਐਡਵਾਈਜ਼ਰੀ ਜੂਰੀਡਿਕਸ਼ਨ ਆਫ ਸੁਪਰੀਮ ਕੋਰਟ। ਮਤਲਬ ਜਦੋਂ ਵੀ ਪ੍ਰੈਜ਼ੀਡੈਂਟ ਚਾਹੂਗਾ ਕਿਸੇ ਵੀ ਮੁੱਦੇ ਦੇ ਉੱਪਰ ਸੁਪਰੀਮ ਕੋਰਟ ਦੀ ਐਡਵਾਈਜ਼ ਲੈ ਸਕਦਾ, ਸੁਪਰੀਮ ਕੋਰਟ ਨੂੰ ਦੇਣੀ ਪਊਗੀ। ਪ੍ਰੈਜ਼ੀਡੈਂਟ ਲਵੇ ਮੰਨੇ ਨਾ ਮੰਨੇ ਉਹ ਉਹਦੇ ਤੇ ਡਿਪੈਂਡ ਕਰਦਾ, ਐਡਵਾਈਜ਼ਰੀ ਜੂਰੀਡਿਕਸ਼ਨ ਆਫ ਸੁਪਰੀਮ ਕੋਰਟ। ਤੇ ਇਸ ਤੋਂ ਬਾਅਦ ਆਪਣਾ ਜਿਹੜਾ ਮੇਨ ਪੁਆਇੰਟ ਆ ਜਾਂਦਾ ਜੀ, ਰੈਜਿਡਰੀ ਪਾਵਰ ਆਫ ਸੈਂਟਰ ਜੀ। ਰੈਜਿਡਰੀ ਪਾਵਰ ਜਿਹੜੀ ਹੁੰਦੀ ਹੈ, ਮਤਲਬ ਕਿ ਜਿਹੜੀ ਪਾਵਰ ਹੈ ਉਹਨੂੰ 3 ਲਿਸਟਾਂ 'ਚ ਵੰਡ ਦਿੱਤਾ ਗਿਆ, ਸੈਂਟਰਲ ਲਿਸਟ, ਯੂਨੀਅਨ ਲਿਸਟ ਜਿਹਨੂੰ ਆਪਾਂ ਕਹਿੰਦੇ ਆ, ਸਟੇਟ ਲਿਸਟ ਤੇ ਕਨਕਰੰਟ ਲਿਸਟ। 3 ਲਿਸਟਾਂ ਦੇ ਵਿੱਚ ਸਾਰੇ ਸਬਜੈਕਟ ਵੰਡ ਚੁੱਕੇ ਨੇ। ਪਰ ਉਸ ਟਾਈਮ ਦੇ ਉੱਪਰ ਜਿਵੇਂ ਆਜ਼ਾਦ ਹੋਏ ਨਹੀਂ, ਜਿਹੜੇ ਟਾਈਮ ਤੇ ਵੰਡੇ ਸੀ, ਕੁਝ ਐਸੇ ਵੀ ਸਬਜੈਕਟ ਫਿਊਚਰ ਦੇ ਵਿੱਚ ਭਵਿੱਖ 'ਚ ਆ ਸਕਦੇ ਨੇ ਜਿਹੜੇ ਕਿਸੇ ਵੀ ਲਿਸਟ 'ਚ ਜ਼ਿਕਰ ਨਾ ਹੋਵੇ, ਤਾਂ ਉਹ ਜਿਹੜੇ ਸਬਜੈਕਟ ਰਹਿਣਗੇ, ਉਹ ਜਿਹੜੇ ਵਿਸ਼ੇ ਹੋਣਗੇ, ਉਹ ਕਾਹਦੇ 'ਚ ਚਲੇ ਜਾਣਗੇ, ਰੈਜਿਡਰੀ ਪਾਵਰ 'ਚ। ਜਿਵੇਂ ਤੁਹਾਨੂੰ ਦੱਸਾਂ ਕਿ ਮੋਬਾਈਲ, ਤਾਂ 47 ਦੇ ਵਿੱਚ ਮੋਬਾਈਲ ਜਾਂ ਸਾਈਬਰ ਕ੍ਰਾਈਮ ਇੱਦਾਂ ਦੀ ਕੋਈ ਕੁਛ ਹੈ ਹੀ ਨਹੀਂ ਸੀਗੀ ਖਾਸ, ਕੁਝ ਉਸ ਟਾਈਮ ਦੇ ਉੱਪਰ ਇੱਦਾਂ ਦੀ ਕੋਈ ਨੌਬਤ ਨਹੀਂ ਸੀਗੀ ਜਿਹਨੂੰ ਆਪਾਂ ਕਹਿ ਲੈਂਦੇ ਸਾਈਬਰ ਕ੍ਰਾਈਮ ਵਗੈਰਾ ਦੀ, ਕੋਈ ਇੱਦਾਂ ਦੀ ਕੋਈ ਕ੍ਰਾਈਮ ਹੈ ਹੀ ਨਹੀਂ ਸੀਗਾ ਉਸ ਟਾਈਮ 'ਤੇ ਜਦੋਂ ਕੌਨਸਟੀਟਿਊਸ਼ਨ ਬਣਾਇਆ ਗਿਆ। ਪਰ ਅੱਜ ਹੋ ਗਿਆ, ਤਾਂ ਸਾਈਬਰ ਕ੍ਰਾਈਮ ਨੂੰ ਕੌਣ ਡੀਲ ਕਰੂਗਾ, ਕਿਹਦੇ ਅੰਡਰ ਚਲਾ ਜਾਊਗਾ? ਜਾਂ ਆਪਾਂ ਇਹ ਕਹਿ ਲਈਏ ਕਿ ਜਿਹੜੀ ਸਪੈਕਟਰਮ ਆ ਜਾਂਦਾ ਹੈ, ਮੋਬਾਈਲ ਦੀਆਂ ਕੰਪਨੀਆਂ ਨੇ ਇਹਨਾਂ ਨੂੰ ਸਪੈਕਟਰਮ ਵੰਡਣਾ, ਇਹ ਕਿਹਦੇ ਅੰਡਰ ਚਲਾ ਜਾਂਦਾ? ਇਹ ਸਾਰੇ ਦੇ ਸਾਰੇ ਜਿਹੜੇ ਸਬਜੈਕਟ ਸੀਗੇ, ਇਹ ਚੀਜ਼ਾਂ ਸੀਗੀਆਂ, ਇਹ ਇੱਕ ਤਰ੍ਹਾਂ ਨਾਲ ਰੈਜਿਡਰੀ ਪਾਵਰ ਦੇ ਵਿੱਚ ਆਉਂਦੀਆਂ ਨੇ। ਮਤਲਬ ਉਸ ਟਾਈਮ 'ਤੇ ਜਿਹੜੀਆਂ ਚੀਜ਼ਾਂ ਨਹੀਂ ਸੀ, ਜਾਂ ਇਹ ਕਹਿ ਲਓ ਕਿ ਬਚੀ ਖੁਚੀ ਪਾਵਰ ਜਿਹਦੀ ਵੰਡ ਨਹੀਂ ਹੋਈ, ਕੁਝ ਉਹ ਜ਼ਮੀਨ ਜਿਹਦੀ ਵੰਡ ਨਹੀਂ ਹੋਈ, ਉਹਨੂੰ ਕਿਹਨੂੰ ਚਲੀ ਜਾਊਗੀ? ਉਹ ਪਾਵਰ ਸੈਂਟਰ ਨੂੰ ਦਿੱਤੀ ਗਈ ਹੈ ਜੀ। ਰੈਜਿਡਰੀ ਪਾਵਰ ਕਿਹਨੂੰ ਦਿੱਤੀ ਹੈ? ਸੈਂਟਰ ਨੂੰ ਦਿੱਤੀ ਪਈ ਹੈ। ਤੇ ਇਹ ਪਹਿਲਾਂ 1861 ਦੇ ਐਕਟ ਦੇ ਵਿੱਚ ਵੀ ਕਿਹਦੇ ਕੋਲ ਸੀ? ਵਾਇਸਰਾਏ ਆਫ ਇੰਡੀਆ ਨੂੰ ਦਿੱਤੀ ਗਈ ਸੀ। ਇਸ ਤੋਂ ਬਾਅਦ ਜਿਹੜਾ ਆਪਣਾ ਅਗਲਾ ਆ ਜਾਂਦਾ ਜੀ, ਉਹ ਆ ਜਾਂਦਾ ਸਾਊਥ ਅਫਰੀਕਾ। ਨੈਲਸਨ ਮੰਡੇਲੇ ਵਾਲੀ ਕੰਟਰੀ ਸਾਊਥ ਅਫਰੀਕਾ ਕੌਂਸਟੀਟਿਊਸ਼ਨ ਤੋਂ ਕੀ ਲਿਆ ਗਿਆ? ਅਮੈਂਡਮੈਂਟ ਲਈ ਗਈ ਹੈ ਜੀ। ਅਮੈਂਡਮੈਂਟ ਪ੍ਰੋਸੀਜਰ ਆਫ ਕੌਂਸਟੀਟਿਊਸ਼ਨ, ਆਰਟੀਕਲ 368 ਦੇ ਵਿੱਚ ਅਮੈਂਡਮੈਂਟ ਪ੍ਰੋਸੀਜਰ ਆਉਂਦਾ ਕੌਂਸਟੀਟਿਊਸ਼ਨ ਦਾ। ਇਹ ਆਪਾਂ ਕਿਹਦੇ ਤੋਂ ਲਿਆ ਜੀ? ਇਹ ਆਪਾਂ ਲਿਆ ਸਾਊਥ ਅਫਰੀਕਾ ਤੋਂ। ਯਾਦ ਰੱਖਿਓ, ਸੰਵਿਧਾਨ ਨੂੰ ਸੋਧ ਪ੍ਰਕਿਰਿਆ ਜਿਹੜੀ ਕਹਿੰਦੇ ਆਪਾਂ, ਹੈ ਨਾ, ਉਹ ਕਿਹਦੇ ਅਨੁਸਾਰ ਕਰਦੇ ਆ? ਇਹ ਸਾਊਥ ਅਫਰੀਕਾ ਦੇ ਕੌਂਸਟੀਟਿਊਸ਼ਨ ਦੇ ਅਨੁਸਾਰ ਅਸੀਂ ਉਹਦੇ 'ਚ ਸੋਧ ਕਰ ਸਕਦੇ ਹਾਂ ਜੀ। ਅੱਗੇ ਮੈਥਡ ਆਫ ਇਲੈਕਸ਼ਨ ਆਫ ਮੈਂਬਰ ਟੂ ਅਪਰ ਹਾਊਸ। ਰਾਜ ਸਭਾ ਦੇ ਜਿਹੜੇ ਮੈਂਬਰ ਨੇ ਉਹਨਾਂ ਦਾ ਜਿਹੜਾ ਇਲੈਕਸ਼ਨ ਪ੍ਰੋਸੀਜਰ ਹੈ ਕਿੱਦਾਂ ਦਾ ਹੋਊਗਾ? ਹੁਣ ਰਾਜ ਸਭਾ ਦੇ ਮੈਂਬਰਾਂ ਨੂੰ ਸਟੇਟ ਦੀਆਂ ਵਿਧਾਨ ਸਭਾ ਦੇ ਜਿਹੜੇ ਮੈਂਬਰ ਨੇ, MLA ਆ, ਉਹ ਵੋਟਾਂ ਪਾ ਕੇ ਭੇਜਦੇ ਆ ਜੀ, ਉਹ ਚੁਣ ਕੇ ਭੇਜਦੇ ਆ। ਇਹ ਜਿਹੜਾ ਪ੍ਰੋਸੀਜਰ ਆ ਕਿੱਦਾਂ ਦਾ? ਮਤਲਬ ਆਮ ਲੋਕ ਵੋਟਾਂ ਨਹੀਂ ਪਾਉਂਦੇ ਉਹਨਾਂ ਨੂੰ, ਕਿਉਂਕਿ ਆਮ ਲੋਕ ਸਿਰਫ ਲੋਕ ਸਭਾ ਦੇ ਮੈਂਬਰਾਂ ਨੂੰ ਚੁਣਦੇ ਨੇ। ਤੇ ਰਾਜ ਸਭਾ ਦੇ ਮੈਂਬਰਾਂ ਨੂੰ ਕੌਣ ਚੁਣਦਾ ਜੀ? ਮਤਲਬ ਰਾਜ
ਸਭਾ, ਰਾਜਾਂ ਦੀ ਸਭਾ। ਤਾਂ ਮਤਲਬ ਇਹਨਾਂ ਨੂੰ ਕੌਣ ਚੁਣਦਾ ਹੈ? MLA ਚੁਣਦੇ ਨੇ। ਇਹ ਪ੍ਰੋਸੀਜਰ ਜਿਹੜਾ ਅਸੀਂ ਲਿਆ ਇਹ ਕਿਹਦੇ ਤੋਂ ਲਿਆ ਜੀ? ਇਹ ਸਾਊਥ ਅਫਰੀਕਾ ਤੋਂ ਲਿਆ ਜੀ। ਹਾਂਜੀ, ਅੱਗੇ ਆਪਣੇ ਕੋਲ ਆ ਜਾਂਦਾ ਜੀ USSR, ਜਿਹਨੂੰ ਰਸ਼ੀਆ ਬੋਲ ਦਿੰਦੇ ਆਪਾਂ, ਸੋਵੀਅਤ ਸੰਘ ਬੋਲ ਦਿੰਦੇ ਆ, ਠੀਕ ਹੈ। ਇਹਦੇ ਤੋਂ ਅਸੀਂ ਕੀ ਲਿਆ ਹੋਇਆ ਜੀ? ਫੰਡਾਮੈਂਟਲ ਡਿਊਟੀਜ਼। ਫੰਡਾਮੈਂਟਲ ਡਿਊਟੀਜ਼ ਇਹ 1976 ਦੇ ਵਿੱਚ ਐਡ ਕੀਤੀਆਂ ਗਈਆਂ ਸੀਗੀਆਂ 42ਵੀਂ ਅਮੈਂਡਮੈਂਟ ਦੁਆਰਾ, ਠੀਕ ਹੈ। ਇਹ 10 ਸੀਗੀਆਂ, ਪਹਿਲਾਂ 10 ਕੀਤੀਆਂ ਸੀ। ਸਵਰਨ ਸਿੰਘ ਕਮੇਟੀ ਬਣੀ ਸੀ ਜਿਹਦੀ ਰਿਕਮੈਂਡੇਸ਼ਨ ਤੇ ਇਹ ਬਣਾਈਆਂ ਗਈਆਂ ਸੀਗੀਆਂ ਫੰਡਾਮੈਂਟਲ ਡਿਊਟੀ। ਇਹ ਅਸੀਂ ਕਿਹੜੇ ਤੋਂ ਲਈਆਂ ਨੇ? ਰਸ਼ੀਆ ਤੋਂ ਜੀ, USSR ਤੋਂ ਲਈਆਂ ਨੇ। ਕਈ ਵਾਰ USSR ਨਹੀਂ ਲਿਖਿਆ ਆਉਂਦਾ, ਰਸ਼ੀਆ ਲਿਖਿਆ ਹੁੰਦਾ ਤਾਂ ਵੀ ਤੁਹਾਡਾ ਕੁਐਸਚਨ ਸਹੀ ਰਹੂਗਾ ਜੀ, ਠੀਕ ਹੈ। ਫੰਡਾਮੈਂਟਲ ਡਿਊਟੀ, ਕੁਝ ਕਰਤੱਵ ਨੇ ਨਾਗਰਿਕ ਦੇ। ਨਾਗਰਿਕ ਨੂੰ ਇੰਨਾ ਕੁਝ ਦਿੱਤਾ ਕੌਨਸਟੀਟਿਊਸ਼ਨ ਨੇ, ਮਤਲਬ ਗੌਰਮੈਂਟ ਨੇ, ਜਾਂ ਇਹ ਕਹਿ ਲਈਏ ਆਪਾਂ, ਤਾਂ ਉਹਦੇ ਵੀ ਕੁਝ ਫਰਜ਼ ਬਣਦੇ ਆ ਸਰਕਾਰ ਦੇ ਪ੍ਰਤੀ, ਸੰਵਿਧਾਨ ਦੇ ਪ੍ਰਤੀ ਜੀ। ਅੱਗੇ ਆ ਗਿਆ ਜੀ ਰਸ਼ੀਆ ਤੋਂ ਹੋਰ ਅਸੀਂ ਕੀ ਚੀਜ਼ ਲਿਆ ਜੀ? ਜਸਟਿਸ ਲਿਆ ਜੀ। ਜਸਟਿਸ ਜਿਹੜੀ ਮਤਲਬ ਪ੍ਰੈਂਬਲ ਦੇ ਵਿੱਚ ਵੀ ਆਉਂਦੀ ਹੈ। ਜਸਟਿਸ ਦੀ ਜਿਹੜਾ ਆਈਡੀਅਲਸ ਨੇ, ਹੈ ਨਾ, ਸਿਧਾਂਤ ਨੇ ਜਿਹੜੇ ਆਪਾਂ ਇਹਨਾਂ ਨੂੰ ਕਹਿ ਦਈਏ, ਠੀਕ ਹੈ, ਮੋਟੀਵੇਟ ਕਰਦੇ ਨੇ ਜਿਹੜੇ ਇਹਦੇ ਆਈਡੀਅਲਸ ਨੇ ਸਾਨੂੰ, ਉਹ ਕੀ ਤੋਂ ਲਏ ਨੇ? ਸੋਸ਼ਲ ਜਸਟਿਸ, ਇਕਨੋਮਿਕ ਜਸਟਿਸ ਤੇ ਪੋਲੀਟੀਕਲ ਜਸਟਿਸ। ਇਹ ਕੀ ਤੋਂ ਲਏ ਨੇ? ਅਸੀਂ ਰਸ਼ੀਆ ਤੋਂ ਲਏ ਜੀ। ਨਹੀਂ, ਅੱਗੇ ਆ ਜਾਂਦੇ ਜੀ ਆਪਣੇ ਕੋਲ ਅਗਲੀ ਕੰਟਰੀ ਫਰਾਂਸ ਆ ਜਾਂਦੀ ਹੈ। ਫਰਾਂਸ ਤੋਂ ਅਸੀਂ ਇੱਕ ਸ਼ਬਦ ਲਿਆ ਜੀ ਰਿਪਬਲਿਕ। ਰਿਪਬਲਿਕ ਮਤਲਬ ਕੀ ਹੁੰਦਾ ਹੈ? ਕਿ ਜਿਹੜਾ ਹੈਡ ਆਫ ਸਟੇਟ ਹੈ ਉਹ ਹੈਰੀਡੇਟਰੀ ਨਹੀਂ ਹੈਗਾ, है ना, मतलब जद्दी पुश्ती राजा महाराजा नहीं हैगा, राजे का बेटा राजा नहीं हैगा, वो लोगों द्वारा चुनिया जाता। तो साडा हैड ऑफ स्टेट है जिहड़ा वो प्रेजिडेंट हुंदा है, इस करके वो रिपब्लिक है, पब्लिक द्वारा चुनिया जाता जी। उन्होंने चाहे बेशक वो इनडायरैक्ट तरीके नाल चुनिया जाता, उन्होंने लोक सभा, राज सभा, MLA ये वोटां पा के चुनते हैं। रिपब्लिक जिहड़ा शब्द असीं कितों लिया? फ्रांस तो लिया। ये भी अपने प्रैम्बल दे विच आउंदा है। दूसरा है आइडियल्स ने किहड़े किहड़े? लिबर्टी। ਇਹ ਫਰਾਂਸ ਦੇ ਵਿੱਚ ਜਦੋਂ ਫਰੈਂਚ ਰੈਵੋਲੂਸ਼ਨ ਆਇਆ ਸੀਗਾ ਉਸ ਟਾਈਮ ਦੇ ਵਿੱਚ ਇਹ ਸ਼ਬਦ ਬਹੁਤ ਵਰਲਡ ਲੈਵਲ ਦੇ ਉੱਪਰ ਕੇ ਸਾਹਮਣੇ ਆਏ ਸੀ। ਨੈਪੋਲੀਅਨ ਤੋਂ ਪਹਿਲਾਂ ਦੀ ਗੱਲ ਹੈ। ਲਿਬਰਟੀ, ਇਕੁਅਲਿਟੀ ਤੇ ਫਰੈਟਰਨਿਟੀ। ਲਿਬਰਟੀ ਆਜ਼ਾਦੀ ਹੁੰਦੀ ਹੈ, ਇਕੁਅਲਿਟੀ ਬਰਾਬਰਤਾ, ਸਮਾਨਤਾ ਹੁੰਦੀ ਹੈ, ਤੇ ਫਰੈਟਰਨਿਟੀ ਭਾਈਚਾਰਾ ਹੁੰਦਾ ਹੈ, ਠੀਕ ਹੈ। ਇਸ ਪ੍ਰੈਂਬਲ ਦੇ ਵਿੱਚ ਨੇ ਇਹ ਸਾਰੇ ਦੇ ਸਾਰੇ ਸ਼ਬਦ ਇਹ ਕਿਤੋਂ ਲਏ ਨੇ? ਅਸੀਂ ਇਹ ਫਰਾਂਸ ਤੋਂ ਲਏ ਨੇ ਜੀ। ਇਸ ਤੋਂ ਬਾਅਦ ਆ ਜਾਂਦੀ ਵਿਮਰ ਕੌਨਸਟੀਟਿਊਸ਼ਨ। ਵਿਮਰ ਕੌਨਸਟੀਟਿਊਸ਼ਨ, ਇਹ ਵਿਮਰ ਕਿਹਦਾ ਨਾਂ ਜੀ? ਜਰਮਨ ਦੇ ਕੌਨਸਟੀਟਿਊਸ਼ਨ ਦਾ ਨਾਂ ਜੀ, ਜਿੱਥੇ ਹਿਟਲਰ ਪੈਦਾ ਹੋਇਆ ਸੀਗਾ। ਹੁਣ ਹਿਟਲਰ ਨੇ ਪੈਦਾ ਹੋ ਕੇ ਵਰਲਡ ਦੇ ਵਿੱਚ 1939 ਦੇ ਵਿੱਚ ਸੈਕੰਡ ਵਰਲਡ ਵਾਰ ਸ਼ੁਰੂ ਹੋਇਆ ਸੀਗਾ। ਪੈਦਾ ਹੋਣ ਸਾਰ ਉਹਨੇ ਕੀ ਕੀਤਾ? ਪੂਰੇ ਵਰਲਡ ਨੂੰ ਐਮਰਜੈਂਸੀ 'ਚ ਵਾੜਤਾ। ਇਸ ਕਰਕੇ ਤੁਸੀਂ ਯਾਦ ਰੱਖਿਓ ਜਿਹੜਾ ਹਿਟਲਰ ਦਾ ਦੇਸ਼ ਸੀ ਜਰਮਨ ਸੀ, ਤੇ ਜਰਮਨ ਤੋਂ ਅਸੀਂ ਕੀ ਲਈ ਆ? ਐਮਰਜੈਂਸੀ। ਐਮਰਜੈਂਸੀ ਕਾਹਦੀ? ਐਮਰਜੈਂਸੀ ਦੇ ਦੌਰਾਨ ਜਿਹੜੇ ਫੰਡਾਮੈਂਟਲ ਰਾਈਟਸ ਨੇ ਉਹ ਸਸਪੈਂਡ ਹੋ ਜਾਣਗੇ, ਸਸਪੈਂਸ਼ਨ ਹੋ ਜੂਗੀ। ਸਮਝ ਲੱਗੇ ਗੱਲ? ਨੈਸ਼ਨਲ ਐਮਰਜੈਂਸੀ ਦੇ ਦੌਰਾਨ, ਕਹਿਣ ਤੋਂ ਭਾਵ ਜਦੋਂ ਰਾਸ਼ਟਰਪਤੀ ਐਮਰਜੈਂਸੀ ਨੂੰ ਆਪਤਕਾਲ ਬੋਲਿਆ ਜਾਂਦਾ, ਆਪਤਕਾਲ ਦੀ ਘੋਸ਼ਣਾ ਕਰਦਾ ਹੈ, ਤਾਂ ਜਿਹੜਾ ਆਰਟੀਕਲ 19 ਹੈ ਨਾਲ ਦੀ ਨਾਲ ਉਹ ਸਸਪੈਂਡ ਹੋ ਜਾਂਦਾ ਜੀ। ਇਸ ਤੋਂ ਇਲਾਵਾ ਉਹਨੇ ਕਿਹੜਾ ਆਰਟੀਕਲ ਸਸਪੈਂਡ ਕਰਨਾ ਬਕਾਇਦਾ ਬੋਲੂਗਾ। ਪ੍ਰੈਜ਼ੀਡੈਂਟ ਕਹੂਗਾ ਕਿ ਮੈਂ ਆਹ ਆਰਟੀਕਲ ਜਿਹੜੇ ਫੰਡਾਮੈਂਟਲ ਰਾਈਟਸ ਨੇ ਸਸਪੈਂਡ ਕਰਦਾ, ਤੇ ਆਰਟੀਕਲ 20 ਤੇ 21 ਇਹ ਦੋ ਆਰਟੀਕਲ ਨੇ ਜਿਹੜੇ ਪ੍ਰੈਜ਼ੀਡੈਂਟ ਸਸਪੈਂਡ ਨਹੀਂ ਕਰਦਾ ਜੀ, ਕਦੇ ਵੀ ਸਸਪੈਂਡ ਨਹੀਂ ਹੁੰਦੇ ਜੀ ਕਿਸੇ ਵੀ ਐਮਰਜੈਂਸੀ ਦੇ ਦੌਰਾਨ, ਠੀਕ ਹੈ। ਤੇ ਇਹ ਅਸੀਂ ਕਿਤੋਂ ਲਿਆ? ਇਹ ਜਰਮਨ ਦੇ ਕੌਨਸਟੀਟਿਊਸ਼ਨ ਤੋਂ ਲਿਆ ਜੀ, ਸਸਪੈਂਸ਼ਨ ਆਫ ਫੰਡਾਮੈਂਟਲ ਰਾਈਟਸ ਡਿਊਰਿੰਗ ਦਾ ਐਮਰਜੈਂਸੀ, ਠੀਕ ਹੈ। ਅੱਗੇ ਆ ਜਾਂਦਾ ਆਪਣੇ ਕੋਲੇ ਆਸਟ੍ਰੇਲੀਅਨ ਕੌਨਸਟੀਟਿਊਸ਼ਨ ਜੀ। ਆਸਟ੍ਰੇਲੀਅਨ ਕੌਨਸਟੀਟਿਊਸ਼ਨ ਤੋਂ ਅਸੀਂ ਕੀ ਲਿਆ? ਕਨਕਰੰਟ ਲਿਸਟ ਲਈ ਆ ਜੀ। ਇੱਕ ਤਾਂ ਅਸੀਂ ਤੋਂ ਲਈ ਆ ਕਨਕਰੰਟ ਲਿਸਟ, ਮਤਲਬ ਮੈਂ ਤੁਹਾਨੂੰ ਦੱਸਿਆ ਕਿ ਤਿੰਨ ਤਰ੍ਹਾਂ ਦੀਆਂ ਲਿਸਟਾਂ ਹੁੰਦੀਆਂ ਨੇ। ਤਿੰਨ ਤਰ੍ਹਾਂ ਦੀਆਂ ਲਿਸਟਾਂ ਹੁੰਦੀਆਂ ਨੇ। ਇੱਕ ਤਾਂ ਯੂਨੀਅਨ ਲਿਸਟ ਬੋਲਦੇ ਆ ਆਪਾਂ, ਦੂਸਰੀ ਹੁੰਦੀ ਆ ਸਟੇਟ ਲਿਸਟ। ਮਤਲਬ ਕੁਝ ਚੀਜ਼ਾਂ ਜਿਵੇਂ ਕਿ ਤੁਸੀਂ ਕਹਿ ਲਓ ਕਿ ਜਿਵੇਂ ਆਰਮੀ ਹੋ ਗਈ, ਡਿਫੈਂਸ ਹੋ ਗਿਆ, ਹੈ ਨਾ, ਤੇ ਫੋਰਨ ਅਫੇਅਰ ਹੋ ਗਿਆ, ਇਨਕਮ ਟੈਕਸ ਵਗੈਰਾ ਹੋ ਗਿਆ, ਇੰਪੋਰਟ ਐਕਸਪੋਰਟ ਹੋ ਗਿਆ, ਬੈਂਕਿੰਗ ਸੈਕਟਰ ਹੋ ਗਿਆ, RBI ਹੋ ਗਈ, ਇੰਸ਼ੋਰੈਂਸ ਹੋ ਗਿਆ, ਇਹ ਕਿਹਦੇ ਕੋਲ ਹੈ? ਯੂਨੀਅਨ ਕੋਲ ਆ। ਜੇਲ੍ਹ ਹੋ ਗਈ, ਐਗਰੀਕਲਚਰ ਹੋ ਗਿਆ, ਲੈਂਡ ਐਂਡ ਆਰਡਰ ਹੋ ਗਿਆ, ਪੁਲਿਸ ਹੋ ਗਈ, ਇਹ ਕਿਹਦੇ ਹਿੱਸੇ 'ਚ ਆਉਂਦੇ ਨੇ? ਸਟੇਟ ਦੇ। ਪਰ ਕੁਝ ਚੀਜ਼ਾਂ ਹੁੰਦੀਆਂ ਨੇ ਕਨਕਰੰਟ ਲਿਸਟ 'ਚ ਆ ਜਾਂਦੀਆਂ ਨੇ।
ਮਤਲਬ ਇਹ ਲਿਸਟ ਉਹ ਹੁੰਦੀ ਆ, ਮਤਲਬ ਜਿਹਦੇ ਵਿੱਚ ਇਹਦੇ ਤੇ ਸਿਰਫ ਸਟੇਟ ਕਾਨੂੰਨ ਬਣਾ ਸਕਦਾ, ਇਹਦੇ ਤੇ ਯੂਨੀਅਨ ਕਾਨੂੰਨ ਬਣਾ ਸਕਦੀ ਹੈ, ਪਰ ਕਨਕਰੰਟ ਲਿਸਟ ਤੇ ਦੋਨੋਂ ਕਾਨੂੰਨ ਬਣਾ ਸਕਦੇ ਨੇ। ਤਾਂ ਜਿਹੜੀ ਇਹ ਕਨਕਰੰਟ ਲਿਸਟ ਹੈ ਇਹਦੇ ਤੇ ਸਟੇਟ ਵੀ ਕਾਨੂੰਨ ਬਣਾ ਸਕਦਾ ਹੈ, ਯੂਨੀਅਨ ਵੀ, ਸੈਂਟਰ ਵੀ ਕਾਨੂੰਨ ਬਣਾ ਸਕਦਾ ਹੈ, ਪਰ ਜੇਕਰ ਦੋਵਾਂ ਦਾ ਕਲੈਸ਼ ਕਰ ਜਾਂਦਾ ਤਾਂ ਸੈਂਟਰ ਦਾ ਕਾਨੂੰਨ ਹਾਵੀ ਹੋ ਜਾਂਦਾ ਸਟੇਟ ਦੇ ਕਾਨੂੰਨ ਤੇ। ਇਹ ਆਪਾਂ ਆਸਟ੍ਰੇਲੀਆ ਤੋਂ ਲਿਆ ਜੀ ਕਨਕਰੰਟ ਲਿਸਟ। ਤੇ ਲਾਸਟ ਵਾਲਾ ਜਿਹੜਾ ਪ੍ਰੋਵੀਜ਼ਨ ਹੈ ਆਪਣੇ ਕੋਲੇ ਆਸਟ੍ਰੇਲੀਆ ਤੋਂ ਹੋਰ ਕੀ ਲਿਆ ਜੀ, ਉਹ ਲਿਆ ਜੁਆਇੰਟ ਸਿਟਿੰਗ ਜੀ, ਜੁਆਇੰਟ ਸਿਟਿੰਗ ਆਫ ਹਾਊਸ ਆਫ ਦਾ ਪਾਰਲੀਮੈਂਟ। ਪਾਰਲੀਮੈਂਟ ਦੇ ਜਿਹੜੇ ਦੋਨੋਂ ਸਦਨ ਨੇ ਉਹਨਾਂ ਦੀ ਜਿਹੜੀ ਸਾਂਝੀ ਬੈਠਕ ਹੈ, ਇਹ ਜਿਹੜਾ ਪ੍ਰੋਵੀਜ਼ਨ ਹੈ ਜੇਕਰ ਮਤਲਬ ਲੈਪਸ ਹੋ ਜਾਂਦਾ ਬਿੱਲ, ਮਤਲਬ ਲੋਕ ਸਭਾ ਪਾਸ ਕਰ ਦਿੰਦੀ ਹੈ, ਰਾਜ ਸਭਾ ਰਿਜੈਕਟ ਕਰ ਦਿੰਦੀ ਹੈ, ਉਸ ਸਮੇਂ ਤੇ ਇਹ ਬੁਲਾਈ ਜਾਂਦੀ ਹੈ। ਜੁਆਇੰਟ ਸਿਟਿੰਗ ਕੌਣ ਬੁਲਾਉਂਦਾ ਹੈ? ਪ੍ਰੈਜ਼ੀਡੈਂਟ ਬੁਲਾਉਂਦਾ ਹੈ। ਪ੍ਰਧਾਨਗੀ ਕੌਣ ਕਰਦਾ? ਸਪੀਕਰ ਕਰਦਾ ਹੈ। ਤੇ ਆਰਟੀਕਲ 108 ਦੇ ਵਿੱਚ ਆਉਂਦੀ ਹੈ ਜੀ ਜੁਆਇੰਟ ਸਿਟਿੰਗ। ਠੀਕ ਹੈ, ਜੁਆਇੰਟ ਸਿਟਿੰਗ ਆਫ ਰੂਲਸ ਕਾਫੀ ਵਾਰ ਇਹ ਪੇਪਰ ਦੇ ਵਿੱਚ ਆ ਚੁੱਕਿਆ। ਠੀਕ ਹੈ, ਇਹ ਸੀਗੇ ਆਪਣੇ ਜਿਹੜੇ ਸੋਰਸ ਸੀਗੇ ਜੀ ਕੌਨਸਟੀਟਿਊਸ਼ਨ ਦੇ। ਠੀਕ ਹੈ, ਤੇ ਤੁਹਾਨੂੰ ਉਮੀਦ ਕਰਦੇ ਹਾਂ ਵੀ ਇਹ ਵੀਡੀਓ ਵਧੀਆ ਲੱਗੀ ਹੋਊਗੀ। ਆਪਾਂ ਇੱਦਾਂ ਹੀ ਸਿਲੇਬਸ ਕਰਦੇ ਰਹੇ ਜਾਣਾ ਅੱਗੇ, ਕੋਈ ਵੀ ਚੀਜ਼ ਮਿਸ ਨਹੀਂ ਕਰਾਂਗੇ। ਕੋਈ ਵੀ ਤੁਸੀਂ ਐਗਜ਼ਾਮ ਦਿਓਗੇ, ਹਰੇਕ ਐਗਜ਼ਾਮ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਲਾਭ ਹੋਣਾ ਇਹਨਾਂ ਵੀਡੀਓ ਦਾ। ਪਿਛਲੇ ਐਗਜ਼ਾਮਾਂ ਦੇ ਵਿੱਚ ਵੀ ਕੋਈ ਇੱਦਾਂ ਦਾ ਨਹੀਂ ਹੋਇਆ ਕੁਐਸਚਨ ਬਾਹਰੋਂ ਆਇਆ ਹੋਵੇ। ਠੀਕ ਆ, ਥੋੜ੍ਹਾ ਜਿਹਾ ਸਮਾਂ ਤਾਂ ਲੱਗਦਾ ਹੈ, ਥੋੜ੍ਹਾ ਜਿਹਾ ਜ਼ਿਆਦਾ, ਪਰ ਇੱਕ ਵਾਰ ਕਰਨ ਦੇ ਨਾਲ ਹੀ ਬੇਟੇ ਤੁਹਾਨੂੰ ਬਹੁਤ ਸਾਰਾ ਲਾਭ ਮਿਲਣਾ। ਬਾਰ-ਬਾਰ ਤੁਹਾਨੂੰ ਪੜ੍ਹਨ ਦੀ ਜ਼ਰੂਰਤ ਨਹੀਂ ਹੈਗੀ, ਕਿਸੇ ਹੋਰ ਕਿਤਾਬ ਤੋਂ ਕਰਨ ਦੀ ਜ਼ਰੂਰਤ ਨਹੀਂ ਹੈਗੀ। ਉਮੀਦ ਕਰਦਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਸਾਰੇ ਬੱਚਿਆਂ ਦਾ ਧੰਨਵਾਦ। ਜੇ ਵਧੀਆ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ, ਨਾਲ ਕਮੈਂਟ ਵੀ ਦੱਸੋ। ਠੀਕ ਹੈ, ਤੇ ਅਗਲੀ ਵੀਡੀਓ ਆਪਾਂ ਜਿਹੜਾ ਨੈਕਸਟ ਚੈਪਟਰ ਆਪਣਾ ਬਣੂਗਾ ਉਹਦੀ ਪਾਵਾਂਗੇ। ਥੈਂਕ ਯੂ।